ਵਾਹਿਗੁਰੂ ਜੀ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰਪੁਰਬ ਹੈ। ਤਾਂ ਆਓ ਜੀ ਜਾਣਦੇ ਹਾਂ ਮਹਾਰਾਜ ਜੀ ਦਾ ਪਾਵਨ ਇਤਿਹਾਸ ਤੇ ਗੁਰੂ ਮਹਾਰਾਜ ਦਾ ਮੁੱਢਲਾ ਜੀਵਨ ਤੇ ਉਹਨਾਂ ਦੇ ਗੁਣ ਕਿਹੜੇ ਹਨ। ਗੁਰੂ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਜੀ ਸੀ। ਪਿਤਾ ਜੀ ਦਾ ਨਾਮ ਭਾਈ ਹਰਦਾਸ ਜੀ ਤੇ ਮਹਾਰਾਜ ਜੀ ਦਾ ਪ੍ਰਕਾਸ਼ 25 ਅੱਸੂ ਸੰਮਤ 1591 ਬਿਕਰਮੀ। ਤੇ ਜੇ ਆਪਾਂ ਈਸਵੀ ਦੀ ਗੱਲ ਕਰੀਏ, ਮਹਾਰਾਜ ਜੀ ਦਾ ਸੰਨ 1534 ਈਸਵੀ ਬਣਦਾ ਹੈ। ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਪਿਆਰਿਓ, ਮੁੱਢਲਾ ਜੀਵਨ ਇਸ ਤਰ੍ਹਾਂ ਬੀਤਿਆ। ਦੇਖੋ ਜੀ, ਘਰ ਦੇ ਵਿੱਚ ਪਹਿਲਾ ਬੱਚਾ ਹੋਣ ਕਰਕੇ ਸਾਰੇ ਆਪ ਜੀ ਨੂੰ ਭਾਈ ਜੇਠਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ। 7 ਸਾਲ ਦੀ ਉਮਰ ਤੋਂ ਵੀ ਅਜੇ ਘੱਟ ਸੀ ਜਦੋਂ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ। ਫਿਰ ਆਪ ਜੀ ਦੇ ਨਾਨੀ ਜੀ ਆਪ ਜੀ ਨੂੰ ਆਪ ਦੇ ਨਾਨਕੇ ਪਿੰਡ ਬਾਸਰ ਕੇ ਲਿਆਏ। ਘਰ ਵਿੱਚ ਗਰੀਬੀ ਸੀ। ਗਰੀਬੀ ਹੋਣ ਕਰਕੇ ਆਪ ਜੀ ਨੂੰ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਪਿਆ। ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਬਚਪਨ ਦੇ ਵਿੱਚ। ਦੇਖੋ ਜੀ, ਇਹ ਤਾਂ ਜਿਸ ਤਨ ਲਾਗੇ ਸੋਈ ਜਾਣੈ, ਕੌਣ ਜਾਣੈ ਪੀਰ ਪਰਾਈ। ਇਹ ਤਾਂ ਜਿਹਨੂੰ ਗਰੀਬੀ ਵਿੱਚ ਇਹ ਦਿਨ ਕੱਟਣੇ ਪੈਂਦੇ ਆ ਉਹੀ ਜਾਣਦਾ, ਜਿਹਨੇ ਗਰੀਬੀ ਦੇਖੀ ਹੋਵੇ। ਦੂਜਾ ਬੰਦਾ ਇਹ ਦਰਦ ਨੂੰ ਸਮਝ ਨਹੀਂ ਸਕਦਾ, ਪਰ ਮਹਾਰਾਜ ਡੋਲੇ ਨਹੀਂ। ਤੇ ਬਚਪਨ ਵਿੱਚ ਬਾਸਰ ਕੇ ਰਹਿੰਦੇ ਹੋਏ ਆਪ ਜੀ ਦਾ ਜੋ ਮਿਲਾਪ ਹੈ ਬਾਬਾ ਅਮਰਦਾਸ ਜੀ ਤੀਜੇ ਗੁਰੂ ਪਾਤਸ਼ਾਹ ਜੀ ਦੇ ਨਾਲ ਹੋਇਆ, ਜਿਨ੍ਹਾਂ ਨਾਲ ਆਪ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਵੀ ਗਏ। ਤੇ ਫਿਰ ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਜਾਣਾ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ, ਆਪ ਜੀ ਆਪਣੀ ਨਾਨੀ ਦੇ ਨਾਲ ਪਿੰਡ ਦੇ ਹੋਰ ਲੋਕਾਂ ਦੇ ਨਾਲ ਗੋਇੰਦਵਾਲ ਸਾਹਿਬ ਆ ਗਏ। ਗੁਰੂ ਜੀ ਤੇ ਸਿੱਖਾਂ ਦੀ ਸੰਗਤ ਕਰਨ ਕਰਕੇ ਆਪ ਜੀ ਦਾ ਮਨ ਹਰ ਸਮੇਂ ਸਿਮਰਨ ਵਿੱਚ ਲੱਗਾ ਰਹਿੰਦਾ। ਆਪ ਜੀ ਨੇ ਘੁੰਗਣੀਆਂ ਵੇਚਣ ਦੀ ਕਿਰਤ ਕਰਨੀ ਜਾਰੀ ਰੱਖੀ। ਦਾਨੀ ਸੁਭਾਅ ਸੀ ਮਹਾਰਾਜ ਜੀ ਦਾ, ਗੁਰੂ ਰਾਮਦਾਸ ਜੀ ਦਾ। ਕਈ ਵਾਰੀ ਸਾਧੂਆਂ ਸੰਤਾਂ ਨੇ ਆ ਜਾਣਾ, ਕਿਸੇ ਗਰੀਬ ਨੇ ਆ ਜਾਣਾ, ਤਾਂ ਮੁਫਤ ਵਿੱਚ ਹੀ ਘੁੰਗਣੀਆਂ ਜੋ ਛੋਲੇ ਰਾਤ ਨੂੰ ਭਿਉਂ ਦਈਦੇ ਆ ਤੇ ਉਬਾਲ ਲਈਦੇ ਆ, ਬਾਅਦ ਵਿੱਚ ਫਿਰ ਥੋੜ੍ਹਾ ਲੂਣ ਪਾ ਕੇ ਵੇਚ ਦਈਦੇ ਆ। ਉਹਨਾਂ ਨੂੰ ਘੁੰਗਣੀਆਂ ਕਹਿੰਦੇ ਆ ਜੀ। ਤੇ ਸਾਧੂ ਸੰਤਾਂ ਤੋਂ ਪੈਸੇ ਨਹੀਂ ਸੀ ਲੈਂਦੇ ਹੁੰਦੇ, ਘੁੰਗਣੀਆਂ ਦੇਖੋ ਜੀ ਮੁਫਤੀ ਦੇ ਦਿੰਦੇ ਸੀ। ਕਹਿਣ ਦਾ ਭਾਵ ਵੀ ਆਪਣੇ ਘਰ ਵਿੱਚ ਗਰੀਬੀ ਸੀ ਪਰ ਫਿਰ ਵੀ ਸੇਵਾ ਵਿੱਚ ਲੱਗੇ ਰਹੇ। ਬਹੁਤ ਵੱਡੀ ਗੱਲ ਆ ਜੀ, ਬਹੁਤ ਵੱਡਾ ਗੁਣ ਆ ਇਹ, ਵੀ ਗਰੀਬੀ ਵਿੱਚ ਵੀ ਦੂਜੇ ਬੰਦੇ ਦੀ ਸੇਵਾ ਕਰਨੀ। ਫਿਰ ਬੌਲੀ ਸਾਹਿਬ ਦੀ ਜਦੋਂ ਸੇਵਾ ਹੋਈ ਆ ਉਦੋਂ ਵੀ ਆਪ ਜੀ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਆ ਜੀ, ਕਿਉਂਕਿ ਭਾਈ ਜੇਠਾ ਜੀ ਜਾਣਦੇ ਸੀ ਕਿ ਗੁਰੂ ਘਰ ਤੋਂ ਹੀ ਖੁਸ਼ੀਆਂ ਮਿਲ ਸਕਦੀਆਂ। ਇਸ ਕਰਕੇ ਉਹ ਸੇਵਾ ਵਿੱਚ ਲੱਗੇ ਰਹਿੰਦੇ। ਨਿਮਰਤਾ ਦੇ ਪੁੰਜ ਸੀ। ਮੈਂ ਸੰਖੇਪ ਜਿਹਾ ਜੀਵਨ ਇਹ ਦੱਸ ਰਿਹਾ ਆਪ ਜੀ ਨੂੰ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਸਾਨੂੰ ਸੰਖੇਪ ਜੀਵਨ ਵੀ ਨਹੀਂ ਪਤਾ ਹੁੰਦਾ। ਵਿਸਥਾਰ ਦੀ ਗੱਲ ਆਪਾਂ ਬਾਅਦ ਵਿੱਚੋਂ ਹੋਰ ਦੀਵਾਨ ਵਿੱਚ ਕਰ ਲਵਾਂਗੇ। ਫਿਰ ਬੀਬੀ ਭਾਨੀ ਜੀ ਦੇ ਨਾਲ ਇਹਨਾਂ ਦਾ ਵਿਆਹ ਕਿਵੇਂ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੇ ਭਾਈ ਜੇਠਾ ਜੀ ਦੀ ਸੇਵਾ, ਸਿਮਰਨ, ਨਿਮਰਤਾ, ਇਹ ਸਾਰੇ ਗੁਣ ਸੀਗੇ। ਚੰਗੇ ਸੁਭਾਅ ਤੋਂ ਇੰਨੇ ਪ੍ਰਭਾਵਿਤ ਹੋ ਗਏ, ਉਹਨਾਂ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਪਰ ਗੁਰੂ ਜੀ ਦੇ ਜਵਾਈ ਬਣ ਜਾਣ ਤੋਂ ਬਾਅਦ ਵੀ ਬਿਨਾਂ ਲੋਕ ਲਾਜ ਦੀ ਪਰਵਾਹ ਕੀਤੇ ਬਿਨਾਂ ਉਹ ਸਿਰ ਦੇ ਉੱਪਰ ਕੜਾਈਏ ਚੁੱਕ ਕੇ ਸੇਵਾ ਕਰਦੇ ਰਹੇ, ਟੋਕਰੇ ਚੁੱਕ ਕੇ ਸੇਵਾ ਕਰਦੇ ਰਹੇ। ਇਹ ਬਹੁਤ ਵੱਡੀ ਗੱਲ ਆ। ਕਈ ਵਾਰੀ ਜਦੋਂ ਆਪਾਂ ਕਹਿੰਦੇ ਅਸੀਂ ਤਾਂ ਉਹਨਾਂ ਦੇ ਜਵਾਈ ਹਾਂ, ਸਾਡਾ ਰਿਸ਼ਤਾ ਵੱਡਾ, ਅਸੀਂ ਕਿਉਂ ਸੇਵਾ ਕਰੀਏ। ਮਹਾਰਾਜ ਦੀ ਇਹੀ ਨਿਰਮਾਣਤਾ ਨੂੰ ਭਾਗ ਲੱਗੇ ਆ। ਫਿਰ ਅਕਬਰ ਬਾਦਸ਼ਾਹ ਦੇ ਕੋਲ ਕਿਸੇ ਨੇ ਇਸ ਤਰ੍ਹਾਂ ਕੁਝ ਸ਼ਿਕਾਇਤਾਂ ਵੀ ਕੀਤੀਆਂ। ਈਰਖਾ ਵਸ ਹੋ ਕੇ ਕੁਝ ਬ੍ਰਾਹਮਣਾਂ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਕੰਨ ਭਰੇ। ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਿਕਾਇਤ ਕੀਤੀ ਕਿ ਉਹ ਲੋਕਾਂ ਨੂੰ ਪੁਰਾਣੇ ਵਰਨ ਉਹਨਾਂ ਦੇ ਧਰਮ ਨਾਲੋਂ ਤੋੜ ਰਹੇ ਆ।
ਵੇਦਾਂ ਸ਼ਾਸਤਰਾਂ ਦੀ ਸਿੱਖਿਆਵਾਂ ਦਾ ਖੰਡਨ ਕਰ ਰਹੇ ਆ, ਤਾਂ ਉਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਅਤੇ ਕੁਝ ਹੋਰ ਗੁਰਸਿੱਖ ਪਿਆਰੇ ਸੀ ਜਿਨ੍ਹਾਂ ਨੂੰ ਬਾਦਸ਼ਾਹ ਕੋਲ ਆਪਣਾ ਪੱਖ ਪੇਸ਼ ਕਰਨ ਲਈ ਭੇਜਿਆ। ਇਹਨਾਂ ਦੇ ਜਵਾਬ ਦੇ ਨਾਲ ਅਕਬਰ ਬਾਦਸ਼ਾਹ ਦੀ ਤਸੱਲੀ ਹੋ ਗਈ ਕਿ ਇਹਦੇ ਗ੍ਰੰਥ ਵਿੱਚ, ਇਸ ਬਾਣੀ ਵਿੱਚ, ਮਹਾਰਾਜ ਦੀਆਂ ਪੋਥੀ ਸਾਹਿਬ ਦੇ ਵਿੱਚ ਤਾਂ ਕੁਝ ਵੀ ਗਲਤ ਨਹੀਂ ਲਿਖਿਆ। ਫਿਰ ਉਹਨਾਂ ਨੇ ਜਿਹੜੇ ਈਰਖਾਲੂ ਲੋਕ ਸੀ ਉਹਨਾਂ ਨੂੰ ਤਾੜਨਾ ਕਰ ਦਿੱਤੀ। ਫਿਰ ਅੱਗੇ ਜਦੋਂ ਆਪਾਂ ਵੇਖਦੇ ਹਾਂ ਗੁਰੂ ਕਾ ਚੱਕ ਨਗਰ ਵਸਾਉਣਾ, ਤਾਂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਆਪ ਜੀ ਨੇ ਸੁਲਤਾਨਵਿੰਡ, ਤੁੰਗ, ਗਿਲਵਾਲੀ, ਗੁਮਟਾਲਾ ਪਿੰਡਾਂ ਦੀ ਜ਼ਮੀਨ ਖਰੀਦੀ। ਸਿੱਖੀ ਦਾ ਨਵਾਂ ਕੇਂਦਰ ਗੁਰੂ ਕਾ ਚੱਕ ਵਸਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇੱਥੇ ਸੰਤੋਖਸਰ ਸਰੋਵਰ ਬਣਾਇਆ ਗਿਆ। ਇਹ ਨਗਰ ਵਿੱਚ 52 ਵੱਖ-ਵੱਖ ਕਿੱਤਿਆਂ ਦੇ ਕਾਰੀਗਰਾਂ ਨੂੰ ਵਸਾਇਆ ਗਿਆ, ਜਿਹਦੇ ਕਾਰਨ ਇਹ ਜਿਹੜਾ ਨਗਰ ਆ ਨਾ ਆਰਥਿਕ ਪੱਖੋਂ ਮਜ਼ਬੂਤ ਹੋ ਗਿਆ। ਗੁਰਿਆਈ ਦੀ ਬਖਸ਼ਿਸ਼ ਦੀ ਆਪਾਂ ਗੱਲ ਕਰੀਏ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਜੇਠਾ ਜੀ ਦੇ ਅੰਦਰ ਦੈਵੀ ਗੁਣਾਂ ਨੂੰ ਅਨੁਭਵ ਕਰ ਲਿਆ। ਆਪਣੀ ਸੰਸਾਰਕ ਯਾਤਰਾ ਉਹ ਪੂਰੀ ਕਰਨ ਦਾ ਰੱਬੀ ਸੁਨੇਹਾ ਨੇੜੇ ਆ ਗਿਆ। ਉਹਨਾਂ ਨੇ ਸੋਚਿਆ ਕਿ ਹੁਣ ਇਹ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਵੇ, ਤਾਂ ਭਾਈ ਜੇਠਾ ਜੀ, ਭਾਈ ਰਾਮਾ ਜੀ, ਇਹਨਾਂ ਨੂੰ ਆਪਣੇ ਬੈਠਣ ਲਈ ਥੜੇ ਬਣਾਉਣ ਵਾਸਤੇ ਆਖਿਆ। ਦੋਨਾਂ ਨੇ ਬੜੀ ਮਿਹਨਤ ਕਰਕੇ ਥੜੇ ਬਣਾਏ। ਗੁਰੂ ਮਹਾਰਾਜ ਨੇ ਥੜੇ ਦੇਖ ਕੇ ਕਿਹਾ, ਇਹ ਥੜੇ ਠੀਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ, ਨਵੇਂ ਸਿਰਿਓਂ ਥੜੇ ਬਣਾਓ ਜੀ। ਅਗਲੇ ਦਿਨ ਨਵੇਂ ਥੜੇ ਬਣਾਏ, ਪਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਫਿਰ ਨਾ ਪਸੰਦ ਕਰ ਦਿੱਤਾ। ਕਹਿੰਦੇ ਜੀ ਇਹਨਾਂ ਨੂੰ ਢਾਹ ਦਿਓ, ਮੁੜ ਨਵੇਂ ਥੜੇ ਬਣਾਓ। ਕੁਝ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਭਾਈ ਰਾਮਾ ਜੀ ਆਖਰ ਰੱਖ ਕੇ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਉਮਰ ਥੋੜੀ ਨਾ ਬਿਰਧ ਹੋ ਗਈ ਆ, ਇਸ ਕਰਕੇ ਆਪ ਜੀ ਨੂੰ ਚੇਤਾ ਨਹੀਂ ਰਹਿੰਦਾ। ਉਹ ਜਿਸ ਤਰ੍ਹਾਂ ਆਖਦੇ ਮੈਂ ਤਾਂ ਉਦਾਂ ਹੀ ਥੜੇ ਬਣਾ ਦਿੰਨਾ, ਫਿਰ ਆ ਕੇ ਕਹਿ ਦਿੰਦੇ ਆ ਠੀਕ ਨਹੀਂ ਬਣਿਆ। ਪਰ ਭਾਈ ਜੇਠਾ ਜੀ ਨੂੰ ਗੁਰੂ ਪ੍ਰੇਮ ਦਾ ਇਹੋ ਜਿਹਾ ਰੰਗ ਚੜ੍ਹ ਗਿਆ ਸੀ। ਉਹ ਗੁਰੂ ਮਹਾਰਾਜ ਨੂੰ ਸਰਬ ਕਲਾ ਸਮਰੱਥ, ਕਿਰਪਾ ਦੇ ਸਾਗਰ ਮੰਨਦੇ। ਗੁਰੂ ਜੀ ਦੀ ਇੱਛਾ ਅਨੁਸਾਰ ਥੜਾ ਨਾ ਬਣ ਸਕਣ ਲਈ ਉਹਨਾਂ ਨੇ ਆਪਣੇ ਆਪ ਦੀ ਗਲਤੀ ਮੰਨੀ, ਕਸੂਰ ਮੰਨਿਆ ਵੀ ਮੈਂ ਹੀ ਅਣਜਾਣ ਆ, ਵੀ ਮੇਰੀ ਗਲਤੀ ਆ। ਦੱਦੈ ਦੋਸ ਨਾ ਦਿਓ ਕਿਸੈ, ਦੋਸ਼ ਕਰਮਾ ਆਪਣੇ, ਵੀ ਮੈਥੋਂ ਗਲਤ ਬਣ ਗਿਆ, ਕੋਈ ਗੱਲ ਨਹੀਂ, ਮੈਂ ਥੜਾ ਦੁਬਾਰਾ ਬਣਾ ਦੇਵਾਂਗਾ। ਤਾਂ ਇਵੇਂ ਇੰਨੇ ਪਿਆਰ ਦੇ ਵਿੱਚ ਆ ਕੇ ਉਹ ਗੁੱਸੇ ਨਹੀਂ ਸੀ ਹੁੰਦੇ, ਸਗੋਂ ਕਹਿੰਦੇ ਸੀਗੇ ਗੁਰੂ ਮਹਾਰਾਜ ਤਾਂ ਸਾਨੂੰ ਦੱਸਦੇ ਆ ਵੀ ਮੈਂ ਮੂਰਖ ਹਾਂ, ਗਲਤੀ ਕਰ ਦਿੰਨਾ ਵਾਰ-ਵਾਰ ਥੜੇ ਬਣਾਉਣ ਵਿੱਚ। ਇਸ ਤਰ੍ਹਾਂ ਭਾਈ ਜੇਠਾ ਜੀ ਨੇ ਆਪਣੇ ਸਨਿਮਰ ਸੁਭਾਅ, ਇੰਨੇ ਗੁਣ ਸੀਗੇ ਮਹਾਰਾਜ ਵਿੱਚ, ਗੁਰੂ ਸੇਵਾ ਵਿੱਚ ਮੁਕੰਮਲ ਸਮਰਪਣ ਸਦਕਾ ਉਹ ਮਹਾਰਾਜ ਜੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ। ਭਾਈ ਜੇਠਾ ਜੀ ਹੋਰ ਵੀ ਪ੍ਰੀਖਿਆਵਾਂ ਬਹੁਤ ਜ਼ਿਆਦਾ ਹੋਈਆਂ, ਸੁਰਖਰੂ ਹੋ ਗਏ ਉਹਦੇ ਵਿੱਚੋਂ। ਭਾਈ ਰਾਮਾ ਦੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਸੀ, ਪਰ ਉਹਨਾਂ ਵਿੱਚ ਨਿਮਰਤਾ ਭਾਈ ਜੇਠਾ ਜੀ ਜਿੰਨੀ ਨਹੀਂ ਸੀ। ਇਸ ਕਰਕੇ ਰੱਬੀ ਪ੍ਰੇਮ, ਨਿਮਰਤਾ, ਦਿਆਲੂ ਸੁਭਾਅ ਤੋਂ ਖੁਸ਼ ਹੋ ਕੇ ਨਾ ਮਹਾਰਾਜ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰ ਅਧਿਕਾਰੀ ਜਾਣ ਕੇ ਉਹਨਾਂ ਨੂੰ ਗੁਰਿਆਈ ਬਖਸ਼ੀ। ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਗੁਰਿਆਈ ਦਾ ਤਿਲਕ ਲਾਇਆ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਨਾ, ਤਾਂ ਮਹਾਰਾਜ ਜੀ ਨੇ ਗੁਰੂ ਕਾ ਚੱਕ ਨਗਰ ਵਿਖੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ ਆ, ਜਿਹਨੂੰ ਤਾਂ ਪੱਕਾ ਕਰਨ ਦੀ ਬਾਅਦ ਵਿੱਚ ਸੇਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਭਾਈ ਆ। ਇਹ ਅੰਮ੍ਰਿਤ ਸਰੋਵਰ ਕਰਕੇ ਹੀ ਬਾਅਦ ਵਿੱਚ ਇਹ ਨਗਰ ਦਾ ਨਾਂ ਅੰਮ੍ਰਿਤਸਰ ਪ੍ਰਚਲਿਤ ਹੋਇਆ। ਮਸੰਦ ਪ੍ਰਥਾ ਸ਼ੁਰੂ ਕਰਨਾ, ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣ ਲਈ ਮਾਇਆ ਦੀ ਲੋੜ ਸੀਗੀ। ਇਸ ਕਰਕੇ ਮਹਾਰਾਜ ਨੇ ਵੱਖ-ਵੱਖ ਇਲਾਕਿਆਂ ਵਿੱਚ ਮਸੰਦ ਨਿਯੁਕਤ ਕੀਤੇ, ਜੋ ਸੰਗਤਾਂ ਪਾਸੋਂ ਮਾਇਆ ਇਕੱਠੀ ਕਰਦੇ, ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ। ਗੁਰਬਾਣੀ ਦੀ ਰਚਨਾ ਦੀ ਆਪਾਂ ਗੱਲ ਕਰੀਏ ਜੀ, ਮਹਾਰਾਜ ਦੀ ਬਾਣੀ ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਹੈ। 679 ਸ਼ਬਦ ਰਚੇ ਮਹਾਰਾਜ ਨੇ, ਜਿਨ੍ਹਾਂ ਵਿੱਚ ਸ਼ਬਦ ਵੀ ਹਨ, ਸ਼ਲੋਕ ਹਨ, ਲਾਵਾਂ ਮਹਾਰਾਜ ਦੀ ਬਾਣੀਆਂ ਤੇ ਸ਼ੰਤ ਵੀ ਸ਼ਾਮਲ ਆ। ਇੱਕ ਵਾਰੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਮਿਲਣ ਸ੍ਰੀ ਅੰਮ੍ਰਿਤਸਰ ਜਦੋਂ ਆਏ ਆ, ਤੇ ਗੁਰੂ ਜੀ ਦੇ ਲੰਮੇ ਦਾੜੇ ਵੱਲ ਵੇਖ ਕੇ ਉਹਨਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਦਾੜਾ ਇੰਨਾ ਲੰਮਾ ਕਿਉਂ ਕੀਤਾ ਹੋਇਆ ਹੈ? ਤਾਂ ਗੁਰੂ ਮਹਾਰਾਜ ਨੇ ਬੜੀ ਨਿਮਰਤਾ ਨਾਲ ਬਚਨ ਕੀਤੇ,
ਆਪ ਜੈਸੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਵਾਸਤੇ, ਚਰਨ ਪੂੰਝਣ ਝਾੜਨ ਵਾਸਤੇ ਇਹ ਦਾੜਾ ਮੈਂ ਵਧਾਇਆ। ਇਹ ਕਹਿ ਕੇ ਉਹ ਕਿਹਾ ਹੀ ਨਹੀਂ, ਬਾਬਾ ਜੀ ਦੇ ਚਰਨ ਵੀ ਝਾੜਨ ਲੱਗ ਪਏ ਆ। ਬਾਬਾ ਜੀ ਨੇ ਆਪਣੇ ਚਰਨ ਪਿੱਛੇ ਕਰ ਲਏ, ਕਿਉਂਕਿ ਉਹ ਤਾਂ ਨਿਮਰਤਾ ਵੇਖਣਾ ਪਰਖਣ ਵਾਸਤੇ ਆਏ ਸੀ। ਤਾਂ ਉਹ ਗੁਰੂ ਵਿੱਚ ਇੰਨੀ ਨਿਮਰਤਾ ਵੇਖ ਕੇ ਬਹੁਤ ਪ੍ਰਭਾਵਿਤ ਹੋ ਗਏ। ਦੇਖੋ ਜੀ, ਇੰਨੀ ਨਿਮਰਤਾ। ਫਿਰ ਬਾਬਾ ਸ੍ਰੀ ਚੰਦ ਜੀ ਨੇ ਵੀ ਕਹਿ ਦਿੱਤਾ, ਵਾਕਈ ਇਹ ਗੱਦੀ ਦੇ ਆਪ ਹੀ ਯੋਗ ਸੀ। ਆਪ ਜੀ ਦੀ ਨਿਮਰਤਾ, ਆਪ ਜੀ ਵਿੱਚ ਗੁਣ ਸਭ ਤੋਂ ਵੱਡਾ ਆਪ ਜੀ ਦੀ ਨਿਮਰਤਾ ਹੀ ਹੈ। ਸਿੱਖ ਧਰਮ ਦੀਆਂ ਮਰਿਆਦਾਵਾਂ ਪੱਕੀਆਂ ਕਰਨੀਆਂ ਗੁਰੂ ਮਹਾਰਾਜ ਨੇ। ਸਿੱਖ ਦੀ ਪਰਿਭਾਸ਼ਾ ਤੇ ਨਿੱਤ ਦੀ ਕਰਨੀ ਸਪਸ਼ਟ ਕਰਕੇ ਮਹਾਰਾਜ ਨੇ ਲਿਖੀ ਆ। ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਆ। ਮਹਾਰਾਜ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ। ਗੁਰੂ ਦਾ ਜਿਹੜਾ ਸਿੱਖ ਹੋਵੇਗਾ ਨਾ, ਅੰਮ੍ਰਿਤ ਵੇਲੇ ਜਾਗੇਗਾ, ਨਾਮ ਧਿਆਵੇਗਾ ਤੇ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਰਹੇਗਾ, ਅਰਦਾਸ ਕਰੇਗਾ। ਆਪ ਜੀ ਨੇ ਆਨੰਦ ਕਾਰਜ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਲਾਵਾਂ ਉਚਾਰਨ ਕੀਤੀਆਂ। ਦਾਜ ਪ੍ਰਥਾ ਦਾ ਵਿਰੋਧ ਕੀਤਾ ਮਹਾਰਾਜ ਨੇ। ਜਿਵੇਂ ਦਾਜ ਨਹੀਂ ਸੀ ਲੈਂਦੇ ਹੁੰਦੇ ਲੜਕੀਆਂ ਤੋਂ, ਪੈਸੇ ਮੰਗ ਲੈਂਦੇ ਸੀ। ਮਹਾਰਾਜ ਨੇ ਆਖਿਆ, ਭਾਈ ਜਿਹਨੇ ਲੜਕੀ ਹੀ ਦੇ ਦਿੱਤੀ ਪਿੱਛੇ ਰਹਿ ਕੀ ਗਿਆ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਮਹਾਰਾਜ ਨੇ ਆਪ ਗਰੀਬੀ ਪਿੰਡੇ ਤੇ ਹੰਢਾਈ ਸੀ। ਉਹਨਾਂ ਨੂੰ ਪਤਾ ਸੀਗਾ ਕਿ ਅਨਾਥਾਂ ਦਾ, ਬੇਸਹਾਰਿਆਂ ਦਾ, ਗਰੀਬਾਂ ਦਾ ਦੁੱਖ ਕੀ ਹੁੰਦਾ ਹੈ। ਮਹਾਰਾਜ ਨੇ ਸਿੱਖਦਾਰਾਂ ਦੀ, ਚੌਧਰੀਆਂ ਦੀ ਅਸਲ ਗੱਲ ਦੱਸੀ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਮਹਾਰਾਜ ਨੇ ਆਖਿਆ, ਇਹਨਾਂ ਤੋਂ ਡਰਨਾ ਨਹੀਂ। ਤੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਚੌਧਰੀਆਂ ਦਾ ਜਿਹੜਾ ਪਾਜ ਸੀ, ਮਹਾਰਾਜ ਨੇ ਖੋਲ੍ਹਿਆ ਵੀ ਕਿਵੇਂ ਲੁੱਟ ਰਹੇ ਆ ਇਹ, ਕਿਵੇਂ ਇੱਕ ਦੂਜੇ ਨੂੰ ਲੜਾ ਦਿੰਦੇ, ਆਪਣਾ ਫਾਇਦਾ ਕਰ ਲੈਂਦੇ ਆ। ਤੇ ਫਿਰ ਅੱਗੇ ਮਹਾਰਾਜ ਨੇ ਦੇਖਿਆ ਵੀ ਗੁਰਿਆਈ ਕਿਹਨੂੰ ਦਿੱਤੀ ਜਾਵੇ। ਜਦੋਂ ਅੰਤਮ ਸਮਾਂ ਨੇੜੇ ਆਇਆ ਤਾਂ ਆਪਣੇ 3 ਪੁੱਤਰ ਬਾਬਾ ਪ੍ਰਿਥੀ ਚੰਦ, ਮਹਾਦੇਵ ਜੋ ਕਿ ਥੋੜ੍ਹੇ ਤਿਆਗੀ ਵਿਰਾਗੀ ਸੁਭਾਅ ਦੇ ਸੀ, ਮਹਾਦੇਵ ਜੀ ਤੇ ਅਰਜਨ ਦੇਵ ਜੀ, ਇਹਨਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਿਆਈ ਦੇ ਯੋਗ ਜਾਣਿਆ। ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਤੇ ਹੁਣ ਤੱਕ ਇਕੱਤਰ ਹੋਈ ਬਾਣੀ ਦਾ ਖਜ਼ਾਨਾ ਵੀ ਉਹਨਾਂ ਨੂੰ ਸੌਂਪ ਦਿੱਤਾ ਗੁਰੂ ਪਿਆਰਿਓ। ਤੇ ਮਹਾਰਾਜ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੇ ਕੇ 2 ਅੱਸੂ ਸੰਮਤ 1638 ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ। ਸਿੱਖਿਆ ਬੜੀ ਵੱਡੀ ਮਿਲਦੀ ਹੈ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਤੋਂ। ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਸੇਵਾ, ਸਿਮਰਨ, ਨਿਮਰਤਾ, ਹਲੀਮੀ ਤੇ ਭਾਣਾ ਮੰਨਣ ਵਰਗੇ ਜਿਹੜੇ ਗੁਣ ਗ੍ਰਹਿਣ ਕਰਨੇ ਚਾਹੀਦੇ ਆ, ਤਾਂ ਜੋ ਅਸੀਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਦੇਖੋ, ਗੁਰੂ ਰਾਮਦਾਸ ਜੀ ਮਹਾਰਾਜ ਵਿੱਚ ਕਿੰਨੀ ਨਿਮਰਤਾ। ਇੰਨੀ ਨਿਮਰਤਾ ਅੱਜ ਦੇ ਸਿੱਖਾਂ ਵਿੱਚ ਨਹੀਂ ਹੈ ਤੇ ਨਾ ਹੀ ਸਾਡਾ ਜੀਵਨ ਸਹਿਜ ਆ। ਅਸੀਂ ਉਹ ਲੋਕ ਹਾਂ ਜਿਹੜੇ ਬੜੀ ਕਾਹਲੀ ਕਰਦੇ ਹਾਂ ਜੀ ਹਰ ਕੰਮ ਨੂੰ ਕਰਨ ਦੇ ਵਿੱਚ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਬਹੁਤ ਸੁੰਦਰ ਬਚਨ ਕੀਤੇ ਹਨ ਜੀ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਬਾਰੇ। ਭੱਟ ਕੀਰਤ ਜੀ ਬਚਨ ਕਰਦੇ ਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਦੇਖੋ, ਸੱਚ ਆ ਨਾ। ਹੇ ਗੁਰੂ ਰਾਮਦਾਸ ਜੀ, ਅਸੀਂ ਸਾਰੇ ਭੱਟ ਜਾਂ ਸਾਰੇ ਜੀਵ ਔਗੁਣਾਂ ਦੇ ਨਾਲ ਲਬਾ ਲੱਭ ਭਰੇ ਪਏ ਆ। ਸਾਡੇ ਵਿੱਚ ਨਾ ਤਾਂ ਸ਼ਰਧਾ ਤੇ ਨਾ ਮਹਾਰਾਜ ਕੋਈ ਭਗਤੀ ਕਰਨ ਵਾਲਾ ਗੁਣ। ਅਸੀਂ ਆਪ ਜੀ ਦੇ ਅੰਮ੍ਰਿਤ ਨੂੰ ਛੱਡ ਕੇ ਵਿਸ਼ਿਆਂ ਰੂਪੀ ਬਿਖ ਜ਼ਹਿਰ ਹੀ ਖਾਈ ਜਾ ਰਹੇ ਹਾਂ। ਦੇਖੋ ਜੀ, ਅੱਜ ਕੱਲ੍ਹ ਆਪਾਂ ਵੇਖਦੇ ਹਾਂ, ਕਲਯੁੱਗ ਦਾ ਵੈਸੇ ਵੀ ਲੱਛਣ ਇਹ ਆ ਕਿ ਗੁਰੂ ਪਿਆਰਿਓ, ਆਪਾਂ ਵੇਖਦੇ ਹੀ ਆ ਨਾ ਵੀ ਦੁਨੀਆ ਵਿੱਚ ਜਿਹੜੇ ਬਹੁਤ ਲੋਕ ਆ ਅਪਵਿੱਤਰ ਭੋਜਨ ਜ਼ਿਆਦਾ ਖਾਂਦੇ ਆ। 10ਵੇਂ ਪਾਤਸ਼ਾਹ ਜੀ ਨੇ ਕਲਯੁੱਗ ਵਿੱਚ ਆਖਿਆ ਸੀ ਵੀ ਦੁਨੀਆ ਦੇ ਲੋਕ ਤਾਂ ਘਰ ਦੀ ਰੋਟੀ ਨਹੀਂ ਪਸੰਦ ਕਰਨਗੇ, ਪਰ ਉੱਥੇ ਆਪਾਂ ਵੇਖਦੇ ਹਾਂ ਵੀ ਅੱਜ ਕੱਲ੍ਹ ਜਿਹੜੇ ਲੋਕ ਆ ਕਿੰਨਾ ਮਲੀਨ ਭੋਜਨ ਜਿਹੜਾ ਹੱਥਾਂ ਨਾਲ ਬਣਿਆ ਹੋਵੇ ਉਹ ਛਕਦੇ ਆ। ਤਾਂ ਵਿਸ਼ਿਆਂ ਦੇ ਵਿੱਚ ਫਸੇ ਹੋਏ ਆ, ਵਿਕਾਰਾਂ ਵਿੱਚ, ਜੀਵ ਦੇ ਸਵਾਦ ਬੰਦੇ ਨੂੰ ਲੈ ਡੁੱਬਦੇ ਆ। ਮਾਇਆ ਮੋਹ ਭਰਮ ਪੈ ਭੂਲੇ, ਭਰਮ ਵਿੱਚ ਪੈ ਕੇ ਮਾਇਆ ਦੇ ਮੋਹ ਵਿੱਚ ਪਏ ਹੋਏ ਆ ਜੀ। ਵਾਹਿਗੁਰੂ, ਤੇਰੇ ਸਰੂਪ ਨੂੰ ਭੁੱਲ ਗਏ ਆ। ਸਾਧ ਸੰਗਤ ਜੀ, ਦੇਖੋ ਜੀ, ਅਸੀਂ ਕਿਹੜੇ ਲੋਕ ਹਾਂ ਜਿਹੜੇ ਕਾਗਜ਼ਾਂ ਨੂੰ ਪਿਆਰ ਕਰੀ ਜਾਂਦੇ ਆ। ਫਿਰ ਆਪਾਂ ਕਹਿੰਦੇ ਆ ਇਹ ਮਾਇਆ ਨਾਗਣੀ ਆ, ਇਹ ਨਾਗਣੀ ਆ, ਫਿਰ ਅਸੀਂ ਇਹਨੂੰ ਇੰਨਾ ਮੋਹ ਕਿਉਂ ਕਰਦੇ ਆ?
ਇਹ ਤਾਂ ਸਿਰਫ ਗੁਜਰਾਨ ਆ। ਮਹਾਰਾਜ ਨੇ ਇਹਨੂੰ ਗੁਜਰਾਨ ਲਿਖਿਆ ਵੀ ਆਉਂਦੇ ਆ ਚਲੇ ਜਾਂਦੇ ਆ, ਆਉਂਦੇ ਆ ਪੈਸੇ ਚਲੇ ਜਾਂਦੇ ਆ। ਜੇ ਇਹਨਾਂ ਨਿਰਜਿੰਦ ਚੀਜ਼ਾਂ ਨਾਲ ਪਿਆਰ ਕਰਾਂਗੇ, ਸੋਚ ਸਾਡੀ ਕਿੱਡੀ ਕੁ ਹੋ ਜਾਏਗੀ। ਜਿੱਡਾ ਕੁ ਨੋਟ ਨਹੀਂ ਹੁੰਦਾ, ਓਡੀ ਕੁ ਸੋਚ ਸੁੰਗੜ ਕੇ ਓਡੀ ਕੀ ਰਹਿ ਜਾਂਦੀ ਆ ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ। ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਜਿਹਨੇ ਸਾਨੂੰ ਪੁੱਤਰ ਦਾਤਾਂ ਦਿੱਤੀਆਂ, ਭਰਾ ਬਖਸ਼ਿਆ, ਮਾਂ ਬਖਸ਼ੀ, ਪਿਤਾ ਬਖਸ਼ਿਆ, ਇੰਨੇ ਸੋਹਣੇ ਰਿਸ਼ਤੇ ਬਖਸ਼ੇ, ਇਸਤਰੀ ਬਖਸ਼ੀ ਘਰ ਵਾਲੀ, ਤੇ ਉਹ ਫਿਰ ਉਹਨੂੰ ਵੀ ਵਿਸਾਰ ਦਿੱਤਾ। ਇਹਨਾਂ ਨਾਲ ਇੰਨੀ ਪ੍ਰੀਤੀ ਬਣ ਗਈ, ਰੱਬ ਨੂੰ ਹੀ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਅਸੀਂ ਤਾਂ ਜੀ ਰੱਬ ਨੂੰ ਵੀ ਭੁੱਲ ਗਏ, ਮੌਤ ਨੂੰ ਵੀ ਭੁੱਲ ਗਏ। ਤੇ ਅੱਗੇ ਸਿੱਖੀ ਵਿੱਚ ਆਉਣ ਤੋਂ ਬਾਅਦ ਆਪਣੀ ਹਾਲਾਤ ਦੱਸਦੇ ਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਟਾਈ। ਮਹਾਰਾਜ ਹੇ ਸਤਿਗੁਰੂ ਜੀ, ਆਪ ਜੀ ਦੀ ਜੋ ਸੰਗਤ ਹੈ ਇਹ ਸੰਸਾਰ ਰੂਪੀ ਸਮੁੰਦਰ ਤੋਂ ਤਾਰਨ ਵਾਲੀ ਆ, ਤੇ ਇਹਦੇ ਵਿੱਚ ਸੁੰਦਰ ਰਸਤਾ ਆਪ ਜੀ ਨੇ ਬਣਾਇਆ ਹੈ, ਉਹ ਆਪ ਜੀ ਦੀ ਬਾਣੀ ਹੈ। ਮਹਾਰਾਜ ਅਸੀਂ ਤਾਂ ਜਦੋਂ ਦੀ ਆਪ ਜੀ ਦੀ ਸੰਗਤ ਕੀਤੀ ਆ, ਧਰਮ ਰਾਜ ਦਾ ਜਿਹੜਾ ਤਰਾਸ ਹੁੰਦਾ, ਖੌਫ ਹੁੰਦਾ, ਉਹ ਮਿਟ ਗਿਆ, ਚਿੰਤਾ ਦੂਰ ਹੋ ਗਈ ਆ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਤਾਂ ਇਹ ਅਰਜ਼ੋਈ ਆ। ਭੱਟ ਕੀਰਤ ਜੀ ਕਹਿੰਦੇ ਗੁਰੂ ਰਾਮਦਾਸ ਜੀ ਸਾਨੂੰ ਕਿਰਪਾ ਕਰਕੇ ਆਪਣੀ ਸਰਨਾਈ ਓਟ ਵਿੱਚ ਰੱਖਣਾ ਕਰੋ ਜੀ, ਕਿਉਂਕਿ ਅਸੀਂ ਉਹ ਜੀਵਾਂ ਜਿਨ੍ਹਾਂ ਵਿੱਚ ਔਗਣ ਬਹੁਤ ਨੇ, ਜਿਹੜੇ ਬਾਰ-ਬਾਰ ਗਿਣਦੇ ਆ, ਗਿਣੇ ਵੀ ਨਹੀਂ ਜਾਂਦੇ। ਹਮਰੇ ਔਗਣ ਬਹੁਤ ਬਹੁਤ ਹੈ, ਤੇ ਗੁਰੂ ਸਾਹਿਬ ਜੀ ਆਪ ਜੀ ਵਿੱਚ ਗੁਣ ਬਹੁਤੇ ਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੂੰ ਡੀਠੀ। ਮਹਾਰਾਜ ਸਾਡਾ ਸੁਭਾਅ ਤਾਂ ਇਦਾਂ ਦਾ ਬਣ ਚੁੱਕਾ ਹੈ, ਅਸੀਂ ਮਹਾਰਾਜ ਭੁੱਲ ਚੁੱਕੇ ਹਾਂ ਪਰਮੇਸ਼ਰ ਦੇ ਪਿਆਰ ਨੂੰ। ਸਾਡੇ ਤੇ ਕਿਰਪਾ ਕਰੋ। ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਵਿੱਚ ਗੁਣ ਸੀ, ਤਾਂ ਇਹ ਗੁਣ ਜਿਹੜੇ ਹੁੰਦੇ ਆ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਆ। ਅੱਜ ਸਾਡੇ ਵਿੱਚ ਨਿਮਰਤਾ ਨਹੀਂ, ਸਹਿਨਸ਼ੀਲਤਾ ਸਾਡੇ ਵਿੱਚ ਨਹੀਂ ਹੈ, ਮਾਫ ਕਰਨਾ। ਆਪਾਂ ਕਹਿੰਦੇ ਉਹ ਵੀ ਬੰਦਾ ਦੁਖੀ, ਵੀ ਆ ਕਲਯੁਗ ਵਿੱਚ ਦੁੱਖ ਵੱਧ ਗਏ ਆ। ਦੁੱਖ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ ਆ, ਪਰ ਦੁੱਖ ਵਧਣ ਦਾ ਇੱਕ ਵੱਡਾ ਕਾਰਨ ਮੈਂ ਦੱਸਦਾ, ਲੋਕਾਂ ਦੇ ਦੁੱਖ ਨਹੀਂ ਵਧੇ, ਸਹਿਨਸ਼ੀਲਤਾ ਘਟੀ ਹੋਈ ਆ। ਲੋਕਾਂ ਵਿੱਚ ਸਹਿਨਸ਼ੀਲਤਾ ਬਿਲਕੁਲ ਵੀ ਹੈ ਨਹੀਂ। ਤੁਸੀਂ ਵੇਖੋ ਫਾਟਕ ਲੱਗੇ ਹੁੰਦੇ ਆ, ਲੋਕਾਂ ਨੂੰ ਇੰਨੀ ਕਾਹਲੀ ਹੁੰਦੀ ਆ ਵੀ ਥੱਲੇ ਦੀ ਉਹਦੇ ਆਪਣਾ ਮੋਟਰਸਾਈਕਲ ਲੰਘਾ ਦਿੰਦੇ, ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਇਹ ਤੁਸੀਂ ਲੋਕਾਂ ਦੀ ਸਹਿਨਸ਼ੀਲਤਾ ਦੇਖੋਗੇ। ਧਾਰਮਿਕ ਸਥਾਨਾਂ 'ਤੇ ਕਤਾਰ ਬਣਦੀ ਆ, ਉੱਥੇ ਵੀ ਬਹੁਤਿਆਂ ਵਿੱਚ ਸਹਿਨਸ਼ੀਲਤਾ ਨਹੀਂ ਹੁੰਦੀ। ਜਿਹਨੂੰ ਗੁਰੂ ਘਰੇ ਆ ਕੇ ਸਹਿਜ ਨਹੀਂ ਆਇਆ, ਸ਼ਾਂਤੀ ਨਹੀਂ ਆਈ, ਉਹਨੂੰ ਕਿੱਥੇ ਆਵੇਗੀ? ਤਾਂ ਇਹ ਸਾਰਾ ਕਰਮਾਂ ਦਾ ਹੀ ਚੱਕਰ ਆ। ਲੋਕਾਂ ਵਿੱਚ ਸਹਿਨਸ਼ੀਲਤਾ ਘਟੀ ਆ। ਜਿਹਨੂੰ ਸਹਿਣਾ ਆ ਜਾਂਦਾ ਨਾ ਗੁਰਮੁਖੋ, ਉਹਨੂੰ ਰਹਿਣਾ ਵੀ ਆ ਜਾਂਦਾ। ਗੁਰੂ ਰਾਮਦਾਸ ਜੀ ਮਹਾਰਾਜ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਜੇ ਸਾਡੇ ਘਰ ਵਿੱਚ ਵੀ ਅੱਜ ਗਰੀਬੀ ਹੈ, ਭਾਣਾ ਮੰਨਣਾ ਚਾਹੀਦਾ ਸਾਨੂੰ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਵਾਹਿਗੁਰੂ ਪਰਮੇਸ਼ਰ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਬਣਾਇਆ, ਉਹਨਾਂ ਨੂੰ ਸਵਾਰਿਆ ਵੀ ਆ। ਸਾਰੀਆਂ ਸੰਗਤਾਂ ਨੇ ਉਹਨਾਂ ਨੂੰ ਨਾ ਰੱਬ ਹੀ ਜਾਣਿਆ, ਰੱਬ ਜਾਣ ਕੇ ਉਹਨਾਂ ਦੀ ਸੇਵਾ ਕੀਤੀ। ਅੱਜ ਅਸੀਂ ਵੇਖਦੇ ਹਾਂ, ਲੋਕ ਕਹਿੰਦੇ ਹੁੰਦੇ ਸੀ ਜੇਠੇ ਦਾ ਕੀ ਬਣੇਗਾ, ਇਹਦੇ ਤਾਂ ਜੀ ਮਾਂ ਪਿਓ ਹੀ ਹੈ ਨਹੀਂ, ਅਨਾਥ ਆ। ਅੱਜ ਮਹਾਰਾਜ ਕਿੰਨੇ ਲੱਖਾਂ ਕਰੋੜਾਂ ਪ੍ਰਾਣੀਆਂ ਦੇ ਆਸਰੇ ਆ। ਕਿੰਨੇ ਪ੍ਰਾਣੀ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਪ੍ਰਸ਼ਾਦਾ ਛਕਦੇ ਆ। ਲੋਕ ਕਹਿੰਦੇ ਹੁੰਦੇ ਸੀ ਇਹ ਅਨਾਥ ਹੈ, ਇਹਦੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ, ਇਹਦਾ ਵਿਆਹ ਨਹੀਂ ਹੋਣਾ। ਅੱਜ ਵਿਆਹ ਹੁੰਦੇ ਹੀ ਮਹਾਰਾਜ ਜੀ ਦੀਆਂ ਰਚੀਆਂ ਹੋਈਆਂ ਲਾਵਾਂ ਬਾਣੀ ਦੇ ਨਾਲ। ਇਹ ਆਨੰਦ ਕਾਰਜ ਹੁੰਦੇ ਹੀ ਸਤਿਗੁਰ ਦੀ ਬਾਣੀ ਮੋਹਰ ਗੁਰਬਾਣੀ ਦੀ ਲੱਗਦੀ ਆ, ਤੇ ਆਨੰਦ ਕਾਰਜ ਹੁੰਦੇ ਆ। ਲੋਕ ਬਹੁਤ ਕੁਝ ਕਹਿੰਦੇ ਹੁੰਦੇ ਸੀ, ਲੋਕਾਂ ਦਾ ਕੀ ਆ, ਲੋਕਾਂ ਦਾ ਕੰਮ ਹੁੰਦਾ ਕਹਿਣਾ। ਲੋਕ ਪਤਿਆਰੇ ਕਛੂ ਨਾ ਪਾਈਏ। ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦੇ ਨੂੰ ਮੁਕਤੀ ਵੀ ਨਹੀਂ ਮਿਲਦੀ। ਪਰ ਹਾਂ ਗੁਰੂ ਪਿਆਰਿਓ, ਗੁਰੂ ਘਰ ਦੀ ਸੇਵਾ ਜੇ ਆਪਾਂ ਕਰਨ ਲੱਗ ਜਾਈਏ ਤੇ ਇਹ ਮੁੱਕਦੀ ਵੀ ਨਹੀਂ, ਕਰਨੋਂ ਹਟ ਜਾਈਏ ਇਹ ਰੁਕਦੀ ਵੀ ਨਹੀਂ। ਇਹ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਰਹੇ ਆ। ਤਾਂ ਆਓ ਜੀ, ਅੱਜ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦਾ ਗੁਰਪੁਰਬ ਹੈ। ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸ ਜਾਵੇ। ਇਹ ਗੁਰਬਾਣੀ, ਇਹ ਇਤਿਹਾਸ ਇੱਕ ਅੱਖਰ ਵੀ ਸਾਡੇ ਅੰਦਰ ਵਸ ਜਾਵੇਗਾ ਨਾ, ਤੇ ਸਾਡੀ ਜ਼ਿੰਦਗੀ ਜਿਹੜੀ ਆ ਸਵਰ ਜਾਵੇਗੀ, ਬਹੁਤ ਸੁੰਦਰ ਜ਼ਿੰਦਗੀ ਬਣ ਜਾਵੇਗੀ।
ਗੁਰੂ ਰਾਮਦਾਸ ਜੀ ਕਿਰਪਾ ਕਰਨ, ਉਹਨਾਂ ਵਿੱਚ ਜਿਹੜੇ ਗੁਣ ਹਨ ਸਾਡੇ ਵਿੱਚ ਵੀ ਆ ਜਾਣ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਸਾਰੀ ਸੰਗਤ ਤੇ ਫਤਿਹ ਬੁਲਾਈਏ। ਭੁੱਲ ਚੁੱਕ ਦੀ ਖਿਮਾ ਸਾਧ ਸੰਗਤ ਜੀ। ਆਪ ਜੀ ਨੇ ਬਹੁਤ ਸਮੇਂ 'ਚੋਂ ਸਮਾਂ ਕੱਢ ਕੇ ਦੀਵਾਨ ਵਿੱਚ ਹਾਜ਼ਰੀ ਭਰੀ ਆ। ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।